ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਗਿਲਜ ਮੈਂਟੋਰ ਦੇ ਆਫੀਸ਼ੀਅਲ YouTube ਚੈਨਲ ਤੇ। ਪੰਜਾਬ ਪਟਵਾਰੀ ਕ੍ਰੈਸ਼ ਕੋਰਸ ਅੱਜ ਅਸੀਂ ਕਰਨ ਜਾ ਰਹੇ ਹਾਂ। ਐਗਰੀਕਲਚਰ ਦਾ ਨੈਕਸਟ ਪਾਰਟ ਹੈ, ਬਹੁਤ ਇੰਪੋਰਟੈਂਟ ਕਨਸੈਪਟ ਹੋਏਗਾ ਅੱਜ ਦਾ। ਖਾਸ ਤੌਰ ਤੇ ਜਿੰਨੇ ਵੀ ਸੁਭਚਿੰਤਕ ਸਾਡੇ ਨਾਲ ਜੁੜੇ ਹੋਏ ਨੇ ਤਾਂ ਆਪਾਂ ਅੱਜ ਕਰਾਂਗੇ ਐਗਰੀਕਲਚਰ ਦਾ ਨੈਕਸਟ ਪਾਰਟ। ਇਸ ਨੈਕਸਟ ਪਾਰਟ ਦੇ ਵਿੱਚ ਬੇਸਿਕ ਸਤਰ ਤੋਂ ਲੈ ਕੇ ਕੁਝ MCQ ਬੇਸ ਹੋਏਗਾ। ਪਹਿਲਾਂ ਤੁਹਾਨੂੰ ਮੈਂ ਬੇਸਿਕਸ ਜਾਣਕਾਰੀ ਦੇਵਾਂਗਾ ਅੱਜ ਦੇ ਟੌਪਿਕ ਦੀ ਕੀ ਹੈ, ਮੇਨ ਕਿੱਥੋਂ ਕਿੱਥੋਂ ਕੁਐਸਚਨਸ ਬਣ ਸਕਦੇ ਨੇ। ਉਸ ਤੋਂ ਬਾਅਦ ਦੇ ਵਿੱਚ ਆਪਾਂ ਇਸ ਸੀਰੀਜ਼ ਦੇ ਅੱਜ ਦੇ ਸੈਸ਼ਨ ਦੇ ਵਿੱਚ ਐਂਡ ਦੇ ਵਿੱਚ ਆਪਾਂ ਇੱਕ ਟੈਸਟ ਵੀ ਕਰਾਂਗੇ। ਉਸ ਟੈਸਟ ਵਿੱਚ ਤੁਸੀਂ ਚੈੱਕ ਕਰੋਗੇ ਕਿ ਤੁਹਾਡਾ ਕਿੰਨਾ ਜ਼ਿਆਦਾ ਸਕੋਰ ਇਨਕਰੀਜ਼ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ। ਜਿੰਨੇ ਵੀ ਸਟੂਡੈਂਟ ਸਾਡੇ ਨਾਲ ਜੁੜੇ ਹੋਏ ਨੇ ਦੱਸਣਾ ਚਾਹਾਂਗਾ, ਪੰਜਾਬ ਪਟਵਾਰੀ ਦੇ ਲਈ ਤੁਸੀਂ ਸਾਡੀ ਆਫੀਸ਼ੀਅਲ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ gilgementor.test.com, ਜਿੱਥੇ ਜਾ ਕੇ ਆਪਣੇ ਟੈਸਟ ਇਨਰੋਲਮੈਂਟ ਕਰ ਸਕਦੇ ਹੋ। ਈ ਬੁੱਕਸ ਔਰ ਸਟੱਡੀ ਮਟੀਰੀਅਲ ਤੁਹਾਨੂੰ ਰੈਗੂਲਰਲੀ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ। ਪੰਜਾਬ ਦਾ ਇੱਕ ਬਹੁਤ ਸ਼ਾਨਦਾਰ ਚੈਨਲ ਹੈ ਜਿੱਥੇ ਤੁਸੀਂ ਬਹੁਤ ਸਾਰੇ ਐਗਜ਼ਾਮੀਨੇਸ਼ਨ ਦੀ ਬਿਲਕੁਲ ਘਰੇ ਬੈਠੇ ਫ੍ਰੀ 'ਚ ਤਿਆਰੀ ਕਰ ਸਕਦੇ ਹੋ। ਇਹਦੇ ਨਾਲ ਤੁਸੀਂ ਮੌਕ ਟੈਸਟ ਸੀਰੀਜ਼ ਲਾ ਸਕਦੇ ਹੋ। ਬਿਫੋਰ ਵੀ ਸਟਾਰਟ ਦਾ ਸੈਸ਼ਨ ਆਈ ਵੁੱਡ ਰਿਕੁਐਸਟ ਯੂ ਪਲੀਜ਼ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਆਪਣੇ ਦੋਸਤਾਂ ਤੱਕ ਜ਼ਰੂਰ ਸ਼ੇਅਰ ਕਰਿਓ, ਠੀਕ ਹੈ। ਖਾਸ ਤੌਰ ਤੇ ਤੁਹਾਡੇ ਨਾਲ ਇੱਕ ਗੱਲ ਹੋਰ ਵੀ ਸਾਂਝੀ ਕਰਨੀ ਸੀਗੀ ਕਿ ਕਰੋਨਾ ਦੀ ਵਜ੍ਹਾ ਨਾਲ ਅਸੀਂ ਪੈਨਿਕ ਨਹੀਂ ਹੋਣਾ, ਅਫਵਾਹਾਂ 'ਚ ਨਹੀਂ ਆਉਣਾ, ਬਲਕਿ ਸਾਵਧਾਨੀ ਸਭ ਤੋਂ ਬੜਾ ਇਲਾਜ ਹੁੰਦਾ ਹੈ। ਸਤਰਕ ਰਹਿਣਾ ਸਾਡੀ ਨੈਤਿਕ ਜ਼ਿੰਮੇਵਾਰੀ ਹੈ। ਅਗਰ ਸਾਡੇ ਸੰਪਰਕ ਦੇ ਵਿੱਚ ਕੋਈ ਹੈ ਲਾਈਕ ਐਨੀਬਡੀ ਹੂ ਕੇਮ ਫਰੋਮ ਦਾ ਐਬਰੋਡ, ਠੀਕ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜੇ ਆਪਾਂ ਕਿਸੇ ਵੀ ਅਰਜੈਂਟ ਕੰਮ ਲਈ ਸ਼ਹਿਰ, ਸਿਟੀ ਜਾਂ ਕਿਸੇ ਮਾਲ, ਬਾਜ਼ਾਰ, ਹਸਪੀਟਲ ਜਾਂ ਕਿਤੇ ਵੀ ਗਏ ਆਪਾਂ, ਤਾਂ ਉਸ ਤੋਂ ਬਾਅਦ ਆਪਣਾ ਖਿਆਲ ਰੱਖੋ ਕਿ ਅੱਛੇ ਤਰੀਕੇ ਨਾਲ ਆਪਣੇ ਹੈਂਡ ਵਾਸ਼ ਔਰ ਆਪਣੇ ਜੋ ਕੱਪੜੇ ਵਗੈਰਾ ਨੇ ਉਹ ਸਾਈਡ 'ਤੇ ਰੱਖੋ, ਕਿਉਂਕਿ ਇਹ ਇੱਦਾਂ ਦਾ ਕਦੇ ਵੀ ਨਹੀਂ ਸੋਚਣਾ ਕਿ ਸਾਨੂੰ ਨਹੀਂ ਹੋ ਸਕਦਾ, ਕਿਉਂਕਿ ਇਹ ਕੁਦਰਤ ਦਾ ਮੈਂ ਕਹਿ ਸਕਦਾ ਕਹਿਰ ਹੈ। ਤਾਂ ਬਚੋ ਜਿੰਨਾ ਵੀ ਹੋ ਸਕਦਾ, ਸਾਵਧਾਨੀ ਬਹੁਤ ਜ਼ਰੂਰੀ ਹੈ। ਅੱਜ ਦਾ ਜੋ ਟੌਪਿਕ ਆਪਣਾ ਹੈ ਟਿਲੇਜ ਹੈ। ਟਿਲੇਜ ਦਾ ਮਤਲਬ ਆਪਾਂ ਜੇ ਆਪਾਂ ਸਮਝੀਏ ਤਾਂ ਆਪਾਂ ਸਿੱਧੀ ਜਿਹੀ ਗੱਲ ਸਮਝ ਸਕਦੇ ਹਾਂ, ਖੇਤ ਖਲਿਆਣ। ਖੇਤ ਕਿਸ ਤਰੀਕੇ ਨਾਲ ਤਿਆਰ ਹੁੰਦੇ ਨੇ, ਜ਼ਮੀਨ ਖੇਤੀ ਕਿਸ ਵਿਧੀ ਨਾਲ ਤਿਆਰ ਹੁੰਦੀ ਹੈ। ਜਿਵੇਂ ਕਿ ਆਪਾਂ ਫਸਲਾਂ ਬੀਜਦੇ ਹਾਂ, ਖਾਸ ਤੌਰ 'ਤੇ ਆਪਾਂ ਵੱਡੇ ਸਤਰ ਦੀਆਂ ਸਿਰਫ ਦੋ ਗੱਲਾਂ ਕਰਾਂਗੇ। ਜਿਵੇਂ ਕਿ ਆਪਾਂ ਹਾੜੀ ਅਤੇ ਸਾਉਣੀ ਆਪਾਂ ਫਸਲ ਬੀਜਦੇ ਹਾਂ ਤਾਂ ਉਸ ਤੋਂ ਪਹਿਲਾਂ ਖੇਤ ਦੇ ਵਿੱਚ ਪਾਣੀ ਲਾਇਆ ਜਾਂਦਾ ਹੈ, ਫਿਰ ਉਸ ਨੂੰ ਵਾਹਿਆ ਜਾਂਦਾ ਹੈ, ਠੀਕ ਹੈ, ਕਲਟੀਵੇਟਰ ਕੀਤੇ ਜਾਂਦੇ, ਕਲਟੀਵੇਸ਼ਨ ਕੀਤਾ ਜਾਂਦਾ ਹੈ, ਫਿਰ ਉਸ 'ਤੇ ਪਾਟਾ ਜਾਂ ਸੁਹਾਗਾ ਮਾਰਿਆ ਜਾਂਦਾ ਹੈ। ਸੁਹਾਗਾ ਮਾਰਨ ਦੀ ਵਜ੍ਹਾ ਨਾਲ ਕੀ ਸਮਤਲ ਹੋ ਜਾਂਦੀ ਹੈ ਜ਼ਮੀਨ। ਫਿਰ ਆਪਾਂ ਨਰਮਾ ਕਪਾਹ ਬੀਜਦੇ ਹਾਂ, ਠੀਕ ਹੈ। ਇੱਦਾਂ ਹੀ ਆਪਾਂ ਕਣਕ ਹੈ, ਕਣਕ ਨੂੰ ਪਹਿਲਾਂ ਆਪਾਂ ਬੀਜ ਦਿੰਦੇ ਹਾਂ, ਫਿਰ ਉਹਦੇ ਉੱਪਰ ਸੁਹਾਗਾ ਲਾਇਆ ਜਾਂਦਾ ਹੈ। ਸੋ ਦੈਟ ਇਸ ਪੂਰੀ ਪ੍ਰੋਸੈਸ ਨੂੰ ਵੱਖਰੇ ਵੱਖਰੇ ਅੰਦਾਜ਼ ਦੇ ਵਿੱਚ ਤੁਹਾਨੂੰ ਮੈਂ ਸਮਝਾਵਾਂਗਾ, ਜੋ ਕਿ ਐਗਰੀਕਲਚਰ ਆਪਣੇ ਇੱਕ ਲੈਂਗੁਏਜ ਦੇ ਵਿੱਚ ਸਮਝਦਾ ਆ। ਚਲਿਏ, ਸਭ ਤੋਂ ਪਹਿਲਾਂ ਤਾਂ ਇਹਦੀ ਡੈਫੀਨੇਸ਼ਨ ਕੀ, ਦੀ ਪਰਿਭਾਸ਼ਾ ਕੀ ਹੈ। ਮਤਲਬ ਆਪਾਂ ਪਰਿਭਾਸ਼ਾ ਸਮਝਦੇ ਹਾਂ ਕਿ ਜੋ ਖੇਤ ਖਲਿਆਣ ਜੁਤਾਈ ਹੈਗੀ ਹੈ, ਇਹ ਪ੍ਰਿਪਰੇਸ਼ਨ ਕਾਦੀ ਪ੍ਰਿਪਰੇਸ਼ਨ ਕਰਦੇ, ਖਾਸ ਤੌਰ ਤੇ ਮਿੱਟੀ ਦੀ ਪ੍ਰਿਪਰੇਸ਼ਨ ਕਰਦਾ ਹੈ। ਕਿਉਂਕਿ ਖੇਤੀ ਦੇਖੋ ਸਭ ਤੋਂ ਸੁਪਰ ਉੱਥੇ ਹੀ ਹੋਏਗੀ ਜਿਸ ਖੇਤ ਦੀ ਮਿੱਟੀ ਉਪਜਾਊ ਹੈ। ਖਾਸ ਤੌਰ ਤੇ ਅਗਰ ਆਪਾਂ ਮਿਹਨਤ ਕੀਤੀ ਹੈ, ਠੀਕ ਹੈ, ਤਾਂ ਉੱਥੇ ਡੈਫੀਨੇਟਲੀ ਫਸਲ ਜ਼ਿਆਦਾ ਹੀ ਹੋਏਗੀ। ਕੰਡੀਸ਼ਨਸ ਫੇਵਰੇਬਲ ਹੈ, ਪਲਾਂਟ ਗਰੋਥ ਐਂਡ ਫ੍ਰੀ ਆਫ ਵੀਡ ਐਂਡ ਡਿਊਰਿੰਗ ਦਾ ਪਲਾਂਟ ਗਰੋਥ ਹੈ। ਕੁਝ ਚੀਜ਼ਾਂ ਮੈਂ ਤੁਹਾਨੂੰ ਇੰਗਲਿਸ਼ ਦੇ ਵਿੱਚ ਸਿੰਪਲ ਦੱਸਾਂਗਾ, ਕਿਉਂਕਿ ਬਹੁਤੇ ਤੁਹਾਡੇ ਚੋਂ ਨੇ ਜਿਨ੍ਹਾਂ ਨੂੰ ਖਾਸ ਤੌਰ ਤੇ ਅੰਗਰੇਜ਼ੀ ਭਾਸ਼ਾ ਬਹੁਤ ਸ਼ੂਟ ਕਰਦੀ ਹੈ, ਬਹੁਤ ਜ਼ਿਆਦਾ ਸਮਝਦੇ ਨੇ। ਸੋ ਦੈਟ ਆਪਾਂ ਉਹਨਾਂ ਲਈ ਵੀ ਸੋਚਣਾ ਆ। ਸਿੰਪਲ ਜੀ ਗੱਲ ਤੁਸੀਂ ਯਾਦ ਰੱਖਣਾ ਹੈ ਕਿ ਖੇਤੀ ਨੂੰ ਆਪਾਂ ਕਿਸ ਵਜ੍ਹਾ ਨਾਲ ਤਿਆਰ ਕਰ ਸਕਦੇ ਹਾਂ। ਖੇਤੀ ਨੂੰ ਆਪਾਂ ਮਕੈਨੀਕਲ ਜੋ ਮੈਨੀਪੂਲੇਸ਼ਨਸ ਹੈ ਕਾਦੇ ਲਈ, ਆਫ ਦਾ ਸੋਲ ਫੋਰ ਐਗਰੀਕਲਚਰਲ ਪ੍ਰੋਸੈਸ। ਇਹ ਕਿਸ ਨੇ ਕਿਹਾ ਹੈ? ਇਹ ਇਹਨਾਂ ਦੇ ਫਾਦਰ ਨੇ, ਠੀਕ ਹੈ, ਹੈਰਿਸ ਪਰਸਨ ਸਮਿਥ, ਤੁਸੀਂ ਯਾਦ ਰੱਖ ਸਕਦੇ ਹੋ। ਚਲਿਏ, ਮੇਨਲੀ ਤੁਸੀਂ ਚੀਜ਼ਾਂ ਯਾਦ ਰੱਖਣੀਆਂ ਕਿ ਆਬਜੈਕਟਿਵ ਆਫ ਖੇਤੀਬਾੜੀ ਦਾ ਜਾਂ ਜੁਤਾਈ ਦਾ ਕੀ ਹੈ। ਇਹਦਾ ਆਬਜੈਕਟਿਵ ਹੈਗਾ ਟੂ ਕੰਟਰੋਲ ਕਰਨਾ ਕਾਨੂੰ, ਵੀਡਸ ਨੂੰ, ਠੀਕ ਹੈ। ਔਰ ਟਿਲੇਜ ਹੈਗਾ ਡਿਵੈਲਪ ਏ ਸੁਟੇਬਲ ਸੋਇਲ ਸਟਰਕਚਰ ਔਰ ਸੀਡ ਬੈਡ ਐਂਡ ਰੂਟ ਬੈਡ, ਠੀਕ ਹੈ। ਦੇਖੋ ਮੈਂ ਤੁਹਾਨੂੰ ਇੱਕ ਸਿੰਪਲ ਜੀ ਗੱਲ ਸਮਝਾਉਣਾ ਆ। ਬਿਫੋਰ ਦਿਸ ਸੈਸ਼ਨ ਆਪਾਂ ਬਹੁਤ ਤਰੀਕੇ ਨਾਲ ਕਈ ਚੀਜ਼ਾਂ ਐਗਜ਼ਾਮਪਲ ਨਾਲ ਬਿਹਤਰ ਸਮਝ ਸਕਾਂਗੇ। ਬਾਕੀ ਕੁਐਸਚਨ MCQ ਬੇਸ ਬਹੁਤ ਇੰਪੋਰਟੈਂਟ ਹੋਣਗੇ। ਔਰ ਮੈਂ ਤੁਹਾਨੂੰ ਬਾਰ-ਬਾਰ ਇਹੀ ਚੀਜ਼ਾਂ ਕਹਾਂਗਾ ਕਿ ਗਾਇਸ ਅਸੀਂ ਲਗਭਗ 1000 ਬੈਸਟ MCQ ਕਰ ਰਹੇ ਹਾਂ। ਇਹ ਉਹ MCQ ਨੇ ਜਿਹੜੇ ਨਾਬਾਰਡ ਐਗਰੀਕਲਚਰ ਆਫਿਸਰ ਹੈ, IBPS ਐਗਰੀਕਲਚਰ ਆਫਿਸਰ ਹੈ, SBI ਐਗਰੀਕਲਚਰ ਆਫਿਸਰ ਹੈ, ਜਾਂ ਹੋਰ ਵੀ ਅਦਰ ਸਟੇਟਸ ਗਵਰਨਮੈਂਟ ਦੇ ਐਗਜ਼ਾਮੀਨੇਸ਼ਨ 'ਚ ਕੁਐਸਚਨ ਰਿਪੀਟ ਹੋ ਚੁੱਕੇ ਆ, ਪਲੱਸ ਜੋ ਐਗਰੀਕਲਚਰ ਦੇ ਬੈਸਟ ਕੁਐਸਚਨ ਬਣ ਸਕਦੇ ਆ ਉਹਨਾਂ ਵਾਸਤੇ ਹੈ। ਤਾਂ ਮੈਂ ਤੁਹਾਨੂੰ ਜਿਵੇਂ ਕਿ ਐਗਜ਼ਾਮਪਲ ਦੇ ਕੇ ਸਮਝਾਵਾਂਗਾ ਕਿ ਅਗਰ ਆਪਾਂ ਜਿਵੇਂ ਸਿੰਪਲ ਸਧਾਰਨ ਜ਼ਮੀਨ ਹੈ, ਜੇ ਆਪਾਂ ਗਾਜਰਾਂ ਬੀਜ ਦਾਂਗੇ, ਜੇ ਆਪਾਂ ਕੈਰਟ ਬੀਜਾਂਗੇ, ਤਾਂ ਉੱਥੇ ਕੈਰਟ ਦੀ ਲੰਬਾਈ ਔਰ ਉਹਦੀ ਮੋਟਾਈ ਬਹੁਤ ਘੱਟ ਹੋਏਗੀ। ਰੀਜ਼ਨ, ਕਿਉਂਕਿ ਉਸ ਨੂੰ ਕੀ ਹੈ ਕਿ ਅੰਦਰ ਫਲਣ ਅਤੇ ਫੁੱਲਣ ਵਾਸਤੇ ਪ੍ਰੋਪਰਲੀ ਜਗ੍ਹਾ ਨਹੀਂ ਮਿਲੇਗੀ, ਉਹਨੂੰ ਆਕਸੀਜਨ ਦੀ ਮਾਤਰਾ ਘੱਟ ਮਿਲੇਗੀ, ਠੀਕ ਹੈ। ਰਹੀ ਜਿੱਥੋਂ ਤੱਕ ਗੱਲ ਹੈ ਕਿ ਜੇ ਆਪਾਂ ਉਸੇ ਗਾਜਰ ਨੂੰ ਵੱਟ ਬਣਾ ਕੇ ਲਾਵਾਂਗੇ, ਪੋਲੀ ਜਗ੍ਹਾ ਕਰਕੇ ਲਾਵਾਂਗੇ, ਤੇ ਇੱਕ ਤਾਂ ਨਮੀ ਦੀ ਮਾਤਰਾ ਜ਼ਿਆਦਾ ਰਹੇਗੀ, ਦੂਸਰੀ ਗੱਲ ਹੈ ਕਿ ਆਕਸੀਜਨ ਦੀ ਮਾਤਰਾ ਰਹੇਗੀ, ਤਾਂ ਡੈਫੀਨੇਟਲੀ ਉਹਦੀ ਗਰੋਥ ਜ਼ਿਆਦਾ ਹੋਏਗੀ,
ठीक है। इस हिसाब नाल यानी ਜ਼ਮੀਨ ਨੂੰ ਕੁਝ ਵੀ ਫਸਲ ਬੀਜਣ ਤੋਂ ਪਹਿਲਾਂ ਉਹਦੀ ਖਰਪਤਵਾਰ ਆਪਾਂ ਕਹਿ ਸਕਦੇ ਹਾਂ, ਜਾਂ ਆਪਾਂ ਕਹਿ ਸਕਦੇ ਹਾਂ ਕਿ ਉਹਦੀ ਪੂਰਨ ਤੌਰ ਤੇ ਜੁਤਾਈ ਹੋਣੀ, ਜਾਂ ਉਹਦੀ ਖੇਤ ਨੂੰ ਪ੍ਰੋਪਰ ਤਰੀਕੇ ਨਾਲ ਤਿਆਰ ਕਰਨਾ ਬੀਜਣ ਤੋਂ ਪਹਿਲਾਂ, ਠੀਕ ਹੈ, ਤਾਂ ਉਹ ਬਹੁਤ ਜ਼ਰੂਰੀ ਹੈ। ਠੀਕ ਹੈ। ਅੱਛਾ, ਇਹਦੇ ਵਿੱਚ ਆਪਾਂ ਟਿਲਿਪ ਦੀ ਵਜ੍ਹਾ ਨਾਲ ਕੀ ਕਰਦੇ, ਮੈਨੇਜ ਆਫ ਪਲਾਂਟ ਸਾਈਡ ਕਰਦੇ, ਰਿਡਿਊਸ ਕਰਦੇ ਹਾਂ। ਐਂਡ ਸੈਕਿੰਡ ਦੈਟ ਇਜ਼ ਦਾ ਜੇ ਆਪਾਂ ਗੱਲ ਸਮਝੀਏ ਤਾਂ ਮਿਨੀਮਮ ਸੋਲ ਇਰੋਜਨ ਵੀ ਹੁੰਦਾ ਆ। ਠੀਕ ਹੈ, ਟੂ ਮਿਨੀਮਮ ਸੋਲ ਇਰੋਜਨ ਬਾਰੇ ਸਮਝਦੇ ਹੋ। ਖਾਸ ਤੌਰ ਤੇ ਆਪਾਂ ਟਿਲਿਸ ਨੂੰ ਦੋ ਮੇਨਲੀ ਆਪਾਂ ਭਾਗਾਂ ਦੇ ਵਿੱਚ ਵੰਡਾਂਗੇ। ਸਭ ਤੋਂ ਪਹਿਲਾ ਭਾਗ ਹੈ ਪ੍ਰਾਇਮਰੀ ਟਿਲਿਸ, ਜੋ ਕਿ ਪ੍ਰਾਇਮਰੀ ਟਿਲਿਸ ਦੇ ਵਿੱਚ ਕੀ ਹੁੰਦਾ ਹੈ। ਪ੍ਰਾਇਮਰੀ ਟਿਲਿਸ ਦੇ ਵਿੱਚ ਆਪਾਂ ਕੀ ਕਰਦੇ ਹਾਂ, ਆਪਾਂ ਖੇਤ ਨੂੰ ਪਾਣੀ ਲਾਉਂਦੇ ਹਾਂ। ਇਨੀਸ਼ੀਅਲੀ ਜੋ ਮੇਜਰ ਜੋ ਸੋਇਲ ਵਰਕਿੰਗ ਆਪਰੇਸ਼ਨ ਹੁੰਦਾ ਹੈ, ਜੋ ਉੱਪਰ ਨੀਚੇ ਉਹਨੂੰ ਸਮਤਲ ਕੀਤਾ ਜਾਂਦਾ ਹੈ। ਸਮਤਲ ਕਰਨ ਤੋਂ ਬਾਅਦ ਆਪਾਂ ਉਹਨੂੰ ਕੀ ਕਰਦੇ ਹਾਂ, ਕੁਛ ਵੀ ਨਵਾਂ ਪੌਦ ਲਾਉਣ ਵਾਸਤੇ ਉਹਨੂੰ ਆਪਾਂ ਰੀਅਰੇਂਜ ਕਰਦੇ ਹਾਂ ਛੋਟੇ ਕਿਆਰਿਆਂ 'ਚ ਜਾਂ ਕਿਆਰੀਆਂ ਦੇ ਵਿੱਚ, ਜਾਂ ਉਹਨੂੰ ਸਿਸਟਮੈਟਿਕਲੀ ਕਰਦੇ ਹਾਂ ਤਾਂ ਕਿ ਕੱਲ੍ਹ ਨੂੰ ਉਹ 'ਚ ਪਾਣੀ ਲਾਉਣਾ ਵੀ ਸਾਨੂੰ ਸਧਾਰਨ ਤੌਰ 'ਤੇ ਸੌਖਾ ਰਹੇਗਾ। ਠੀਕ ਹੈ। ਇਹਦੇ 'ਚ ਆਪਾਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਆਪਾਂ ਕੀ ਕਰਦੇ, ਲੈਂਡ ਕਲੀਨਿੰਗ ਕਰਦੇ ਹਾਂ, ਸਾਫ਼ ਸੁਥਰੀ ਕਰਦੇ ਹਾਂ, ਘਾਹ ਫੂਸ ਆਪਾਂ ਕੱਟ ਕਟਾ ਕੇ, ਗ੍ਰੀਡਿੰਗ ਹੋ ਗਿਆ, ਫਿਰ ਲੈਵਲਿੰਗ ਕਰਦੇ ਹਾਂ ਆਪਾਂ, ਫਿਰ ਆਪਾਂ ਪਲੋਇੰਗ ਵੀ ਕਰਦੇ ਹਾਂ, ਫਿਰ ਠੀਕ ਹੈ, ਫਿਰ ਉਸ ਤੋਂ ਬਾਅਦ ਡਿਸਕਿੰਗ ਵੀ ਕੀਤਾ ਜਾਂਦਾ ਹੈ, ਐਂਡ ਹੋਰੋਵਿੰਗ ਕੀਤਾ ਜਾਂਦਾ ਹੈ। ਸਮਝ ਪਾ ਰਹੇ ਹੋ ਸਾਰੇ ਸਟੂਡੈਂਟਸ? ਠੀਕ ਹੈ, ਕਮੈਂਟ ਕਰਕੇ ਮੈਨੂੰ ਬਸ ਇੰਨੀ ਚੀਜ਼ ਦੱਸਣੀ ਸਰ ਕਿ ਬਿਲਕੁਲ ਸਮਝ ਪਾ ਰਹੇ ਹੋ। ਠੀਕ ਹੈ, ਫੱਟੇ ਚੱਕ ਦੋ, ਬਿਲਕੁਲ ਬਿਲकुल ਬਹੁਤ ਅੱਛੀ ਗੱਲ ਹੈ। ਜਿੰਨੇ ਵੀ ਸ਼ੁਭਚਿੰਤਕ ਸਾਡੇ ਨਾਲ ਜੁੜੇ ਹੋਏ ਨੇ, ਖਾਸ ਤੌਰ ਤੇ ਮੈਂ ਦੱਸਣਾ ਚਾਹਾਂਗਾ ਵਿਦਵਾਨ ਮਿੱਤਰੋ, ਹਾਂਜੀ ਬਿਲकुल ਠੀਕ ਹੈ, ਕਿ ਐਗਜ਼ਾਮ ਦੇ ਪੁਆਇੰਟ ਆਫ ਵਿਊ ਦੇ ਨਾਲ ਸਭ ਤੋਂ ਇੰਪੋਰਟੈਂਟ ਚੀਜ਼ ਇਹ ਹੁੰਦੀ ਹੈ ਕਿ ਤੁਹਾਨੂੰ ਕੋਈ ਵੀ ਪੇਡ ਕੋਰਸ ਇੱਧਰੋਂ ਉੱਧਰੋਂ ਭੱਜੋਗੇ ਤਾਂ ਉਸ ਨਾਲ ਕੁਛ ਨਹੀਂ ਹੋਣਾ। ਬਹੁਤ ਸਾਰੇ ਟੀਚਰਸ ਆਪਣਾ ਮਟੀਰੀਅਲ ਸੇਲ ਕਰਨ ਵਾਸਤੇ ਸਿਰਫ ਉਹ ਤੁਹਾਨੂੰ ਕਹਿਣਗੇ ਆਹ ਲੈ ਲਓ, ਉਹ ਲੈ ਲਓ, ਇੱਦਾਂ ਲੈ ਲਓ, ਫਲਾਣੀ ਬੁੱਕ ਲੈ ਲਓ, ਉਹ ਬੁੱਕ ਲੈ ਲਓ। ਮੈਂ ਮੇਰੀ ਜ਼ਿੰਦਗੀ ਦੇ ਛੋਟੇ ਜਿਹੀ ਉਮਰ ਦੇ ਵਿੱਚ ਛੋਟਾ ਤਜਰਬਾ ਹੈ, ਬਹੁਤ ਵੱਡਾ ਤਜਰਬਾ ਨਹੀਂ ਹੈ। ਆਈ ਹੈਵ ਕਰੈਕ SSC 4 ਟਾਈਮਸ, ਆਈ ਹੈਵ ਟੋਲਡ ਯੂ ਮੈਨੀ ਟਾਈਮ ਗਾਇਸ। ਮੈਂ ਸਿਰਫ ਤੁਹਾਨੂੰ ਇਹੀ ਚਾਨਣਾ ਪਾਵਾਂਗਾ, ਜੇ ਤੁਹਾਨੂੰ ਲੱਗਦਾ ਹੈ ਕਿ ਇਸ ਚੈਨਲ ਤੇ ਸਾਨੂੰ ਕੁਝ ਮਿਲ ਰਿਹਾ ਹੈ ਤਾਂ ਪੜ੍ਹੋ, ਅਦਰਵਾਈਜ਼ ਬਾਏ ਬਾਏ, ਕੋਈ ਇਸ਼ੂ ਨਹੀਂ ਹੈ। ਠੀਕ ਹੈ। ਸੈਕੰਡਲੀ ਗੱਲ ਮੈਂ ਤੁਹਾਨੂੰ ਇਹ ਵੀ ਕਲੀਅਰ ਕਰ ਦਾਂਗਾ ਕਿ ਇਸ ਪਟਵਾਰੀ ਦੇ ਵਿੱਚ ਹਰ ਕਿਸੇ ਨੇ ਫਾਰਮ ਭਰਨਾ, ਔਰ ਹਰ ਕਿਸੇ ਦੀ ਚਾਹਤ ਹੈ ਕਿ ਮੈਂ ਪਟਵਾਰਨ ਜਾਂ ਪਟਵਾਰੀ ਬਣਾ। ਠੀਕ ਹੈ ਜੀ, ਲੇਕਿਨ ਬਿਫੋਰ ਪਟਵਾਰੀ ਜਾਂ ਪਟਵਾਰਨ ਬਣਨ ਤੋਂ ਪਹਿਲਾਂ ਸਾਡੇ ਕਨਸੈਪਟ ਕਲੀਅਰ ਹੋਣੇ ਬਹੁਤ ਜ਼ਰੂਰੀ ਹੈ। ਇਸੇ ਚੀਜ਼ਾਂ ਤੇ ਆਪਾਂ ਫੋਕਸ ਕਰਾਂਗੇ। ਮੇਰਾ ਇਹੀ ਵਿਜ਼ਨ ਹੋਏਗਾ ਕਿ ਹਰ ਤਰਫੋਂ ਵੇਰੀਏਸ਼ਨ ਪਰਿਵਰਤਨ ਕਰਕੇ ਆਪਾਂ ਚੀਜ਼ਾਂ ਨੂੰ ਹੋਰ ਜ਼ਿਆਦਾ ਸਿੱਖ ਲਈਏ। ਠੀਕ ਹੈ ਜੀ, ਇਹ ਬਹੁਤ ਇੰਪੋਰਟੈਂਟ ਹੁੰਦਾ ਹੈ। ਚਲਿਏ, ਦੂਸਰਾ ਜੋ ਇਹਦਾ ਕਲਾਸੀਫਿਕੇਸ਼ਨ ਹੈ ਉਹ ਹੈ ਸੈਕੰਡਰੀ। ਸੈਕੰਡਰੀ ਜੋ ਖੇਤੀਬਾੜੀ ਦਾ ਸਿਸਟਮ ਹੈ ਉਹਦੇ 'ਚ ਕੀ ਹੁੰਦਾ ਹੈ, ਇਹਦੇ 'ਚ ਆਪਰੇਸ਼ਨ ਹੁੰਦਾ ਸਟਾਰਟ ਆਫਟਰ ਪ੍ਰਾਇਮਰੀ ਟਿਲੇਜ। ਪ੍ਰਾਇਮਰੀ ਟਿਲੇਜ ਹੋਣ ਤੋਂ ਬਾਅਦ ਇੱਥੇ ਸਿਸਟਮ ਸ਼ੁਰੂ ਹੁੰਦਾ ਇਹਦਾ, ਔਰ ਇਹ ਖਾਸ ਤੌਰ ਤੇ ਮੈਂ ਕਹਾਂਗਾ ਕਿ ਸੋਲ ਨੂੰ, ਮਿੱਟੀ ਨੂੰ ਸਹੀ ਤਰੀਕੇ ਨਾਲ ਟਿਲਥ ਕਰਨਾ, ਸਾਫ ਉਹਨੂੰ, ਠੀਕ ਹੈ, ਉਹਨੂੰ ਵਧੀਆ ਤਰੀਕੇ ਨਾਲ ਮੈਨੇਜ ਕਰਨਾ। ਅਗਰ ਆਪਾਂ ਗੱਲ ਕਰੀ ਹੋਰੋ ਜਿਵੇਂ ਹੈਂਗਾ ਸਾਈਡ ਹੋ ਜਾਂਦੀ ਹੈ ਇਹਦੀ, ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣਾ ਹੋਏਗਾ। ਠੀਕ ਹੈ, ਕਿ ਇੱਕ ਪ੍ਰੋਪਰ ਤਰੀਕੇ ਨਾਲ ਆਪਾਂ ਅਗਰ ਉਸ ਨੂੰ ਪ੍ਰੋਪਰ ਤਰੀਕੇ ਨਾਲ ਕਲਟੀਵੇਸ਼ਨ ਕਰਕੇ ਅਗਰ ਫਸਲ ਬੀਜਾਂਗੇ ਤਾਂ ਡੈਫੀਨੇਟਲੀ ਸਾਨੂੰ ਉਥੋਂ ਪ੍ਰੋਡਕਸ਼ਨ ਵੀ ਜ਼ਿਆਦਾ ਹੋਏਗੀ। ਠੀਕ ਹੈ, ਇਹ ਚੀਜ਼ ਵੀ ਤੁਸੀਂ ਯਾਦ ਰੱਖਣਾ ਹੈ। ਐਂਡ ਚਲਿਏ ਹੁਣ ਆਪਾਂ ਗੱਲ ਕਰਦੇ ਹਾਂ ਕੁਝ ਸੈਕੰਡਰੀ ਦੇ ਵਿੱਚ ਮੇਨ ਚੀਜ਼ਾਂ ਦੇ ਰੱਖੀਆਂ, ਜਿਵੇਂ ਕਿ ਸੈਕੰਡਰੀ ਟਿਲੇਜ ਦੀ ਗੱਲ ਕਰਦੇ ਹਾਂ, ਕਲਟੀਵੇਟਿੰਗ ਕਰਨਾ, ਹੋਰੋਵਿੰਗ ਕਰਨਾ। ਠੀਕ ਹੈ, ਫਿਰ ਉਸ ਤੋਂ ਬਾਅਦ ਹੈ ਕਿ ਪਲਵਰਾਈਜ਼ਿੰਗ ਕਰਨਾ, ਗ੍ਰੇਜ਼ਿੰਗ ਕਰਨਾ, ਰੇਕਿੰਗ ਹੋ ਗਿਆ, ਹੋਇੰਗ ਹੋ ਗਿਆ, ਲੈਵਲਿੰਗ ਕਰਨਾ ਐਂਡ ਰੀਡਿੰਗ ਕਰਨਾ। ਠੀਕ ਹੈ, ਇਹ ਸਾਰੇ ਸਮਝ ਪਾ ਰਹੇ ਹੋ? ਦੇਖੋ ਤੁਹਾਡੇ ਚੋਂ ਬਹੁਤੇ ਸਾਰੇ ਹੋਣਗੇ ਜਿਹੜੇ ਖੇਤੀ ਦੇ ਨਾਲ ਟੱਚ 'ਚ ਨਹੀਂ ਹੈ। ਖੇਤੀ ਨੂੰ ਇਹ ਬਲਕਿ ਮਹਿਸੂਸ ਕਰਨਾ ਚਾਹੀਦਾ। ਮੈਂ ਕੋਸ਼ਿਸ਼ ਕਰਾਂਗੀ ਕਿ ਮਿਡ ਆਫ ਦਾ ਦਿਸ ਪਾਰਟੀਕੂਲਰ ਸੈਸ਼ਨ ਮੈਂ ਤੁਹਾਨੂੰ ਪ੍ਰੋਪਰਲੀ ਤਰੀਕੇ ਨਾਲ ਦਿਖਾਵਾਂਗਾ ਕਿ ਹਲ ਹੁੰਦੇ ਨਾ, ਹਲ ਆਪਾਂ ਕਹਤਾ ਦੋ ਤਰੀਕੇ ਦੇ ਨੇ। ਇੱਕ ਤਾਂ ਉਹ ਨੇ ਜਿਹੜੇ ਟਰੈਕਟਰ ਦੇ ਨਾਲ ਯੂਜ਼ ਕਰਦੇ ਨੇ, ਦੂਸਰੇ ਹਲ ਉਹ ਵੀ ਹੁੰਦੇ ਨੇ ਜਿਹੜੇ ਕਿ ਆਪਾਂ ਬਲਦਾਂ ਤੇ ਪਹਿਲਾਂ ਉੱਠਾਂ ਨਾਲ ਖੇਤੀ ਕਰਦੇ ਸੀ, ਉਹ ਯੂਜ਼ ਹੁੰਦੇ ਸੀਗੇ। ਠੀਕ ਹੈ, ਲੇਕਿਨ ਮਸ਼ੀਨਰੀਕਰਨ ਜ਼ਿਆਦਾ ਵੱਧ ਗਿਆ, ਇਸ ਕਰਕੇ ਟਰੈਕਟਰ ਦੇ ਨਾਲ ਹੀ ਜ਼ਿਆਦਾਤਰ ਖੇਤੀ ਨੂੰ ਬਾਇਆ ਬੀਜਿਆ ਜਾਂਦਾ ਹੈ। ਇਹ ਕਹਿੰਦਾ ਕਿ ਵੇਰੀਅਸ ਟਾਈਪ ਆਫ ਇੰਪਲੀਮੈਂਟਸ ਆਰ ਯੂਜ਼ ਟੂ ਦਿਸ ਆਪਰੇਸ਼ਨ, ਕਲਟੀਵੇਟਰਸ, ਹੋਰੋ ਐਂਡ ਕਲੱਡ। ਜੇ ਆਪਾਂ ਗੱਲ ਕਰੀਏ ਕਲੱਡ ਕ੍ਰੈਸਿਸ ਕਰਨਾ, ਠੀਕ ਹੈ, ਲੈਵਲਿੰਗ ਕਰਨਾ, ਇਹਦੇ ਵਿੱਚ ਲੈਵਲਿੰਗ ਕਰਨ ਵਾਸਤੇ ਕਿਰਾਏ ਦਾ ਯੂਜ਼ ਕੀਤਾ ਜਾਂਦਾ ਜੋ ਕੰਪਿਊਟਰ ਸਿਸਟਮ ਹੈਗਾ ਆ। ਠੀਕ ਹੈ, ਜੇ ਕਲਟੀਵੇਟਰ ਕਰਦੇ ਆ ਤਾਂ ਅਲੱਗ-ਅਲੱਗ ਮਸ਼ੀਨਰੀਜ਼ ਆ ਗਈਆਂ ਜਿਹਦੇ 'ਚ ਆਪਾਂ ਆਮ ਭਾਸ਼ਾ ਜੇ ਸਮਝੇ ਤਾਂ ਤਵੀਆਂ ਮਾਰਨਾ। ਠੀਕ ਹੈ, ਫਿਰ ਉਸ ਤੋਂ ਬਾਅਦ ਵੱਟਾਂ ਪਾਈਆਂ ਜਾਂਦੀਆਂ। ਪ੍ਰੋਪਰ ਤਰੀਕੇ ਨਾਲ ਖੇਤੀਬਾੜੀ ਕਰਨ ਦੇ ਸੰਬੰਧ 'ਚ ਨਹੀਂ ਪੂਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਦਾਂਗਾ, ਪਰ ਮੈਂ ਡਿਟੇਲ ਦੇ ਵਿੱਚ ਬੈਟਰ ਤੋਂ ਪੁਆਇੰਟ ਟੂ ਪੁਆਇੰਟ ਤੁਹਾਨੂੰ ਸਮਝਾਵਾਂਗਾ। ਜੋ ਗੱਲ ਕਰਦੇ ਹਾਂ ਕਿ ਸਪੈਸ਼ਲ ਪਰਪਸ ਔਰ ਟਿਲੇਜ, ਸਭ ਤੋਂ ਪਹਿਲਾਂ ਆਪਾਂ ਗੱਲ ਕਰ ਦਾਂਗੇ ਕਿ ਬਲਾਈਂਡ ਟਿਲੇਜ। ਇਹ ਬਲਾਈਂਡ ਟਿਲੇਜ ਕੀ ਚੀਜ਼ ਹੁੰਦਾ ਆ? ਬਲਾਈਂਡ ਟਿਲੇਜ ਆਪਾਂ ਉਸ ਨੂੰ ਕਹਿੰਦੇ ਆ, ਬਲਾਈਂਡ ਟਿਲੇਜ ਦਾ ਮਤਲਬ ਹੈ ਰੈਫਰ ਟੂ ਦਾ ਟਿਲੇਜ ਆਫ ਦਾ ਸੋਲ ਆਫਟਰ ਏ ਸੀਡਿੰਗ ਜਾਂ ਆਪਾਂ ਪਲਾਂਟਿੰਗ ਦਾ ਕ੍ਰੌਪ। ਠੀਕ ਹੈ,
मतलब कि ਇਹਨੂੰ ਸਿੰਪਲ ਤਰੀਕੇ ਨਾਲ ਸਮਝ ਸਕਦੇ हैं, बहुत ही ਸਧਾਰਨ ਜੀ ਲੈਂਗੁਏਜ ਹੈਗੀ ਹੈ। ਦੂਸਰਾ ਕਲੀਨ ਟਿਲੇਜ ਐਂਡ ਤੀਸਰਾ ਹੈ ਮਿਨੀਮਮ ਟਿਲੇਜ ਐਂਡ ਉਸ ਤੋਂ ਬਾਅਦ ਆ ਜਾਂਦਾ ਨੰਬਰ ਨੈਕਸਟ ਹੈ ਜ਼ੀਰੋ ਟਿਲੇਜ, ਨੰਬਰ ਨੈਕਸਟ ਆਪਣੇ ਕੋਲੇ ਆ ਜਾਂਦਾ ਹੈ ਰਿਡਿਊਸ ਟਿਲੇਜ ਔਰ ਡਿਸਐਡਵਾਂਟੇਜ ਦਾ ਕੀ ਹੈ। ਦੇਖੋ ਇਹ ਸਾਰੇ ਫੈਕਟਸ ਹੈ ਨਾ ਮੈਂ ਤੁਹਾਨੂੰ ਅੱਗੇ ਸੈਸ਼ਨ ਵਾਈਜ਼ ਸਮਝਾਵਾਂਗਾ ਬਿਕੋਜ਼ ਉੱਥੇ ਬੈਟਰ ਤਰੀਕੇ ਨਾਲ ਸਮਝ ਸਕੋਗੇ। ਜੇ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਕੋਲੇ ਕਿਹੜਾ ਬਲਾਈਂਡ ਟਿਲੇਜ ਕੀ ਹੈ। ਬਲਾਈਂਡ ਟਿਲੇਜ ਦਾ ਮਤਲਬ ਤੁਸੀਂ ਸਮਝ ਸਕਦੇ ਹੋ ਕਿ ਜਿਹੜੀ ਮਿੱਟੀ ਆਪਾਂ ਤਿਆਰ ਕੀਤੀ ਹੈ ਫਸਲ ਬੀਜਣ ਵਾਸਤੇ, ਸੀਡਿੰਗ ਕਰਨ ਵਾਸਤੇ, ਪਲਾਂਟਿੰਗ ਕਰਨ ਵਾਸਤੇ ਕਾਹਦੇ ਕ੍ਰੌਪ ਦੇ, ਜਾਂ ਤਾਂ ਕੀ ਹੋਣੀ ਚਾਹੀਦੀ ਹੈ ਪ੍ਰੀ ਐਮਰਜੈਂਸ ਸਟੇਜ ਹੋਣੀ ਚਾਹੀਦੀ ਹੈ ਫਸਲ ਵਾਸਤੇ, मतलब कि ਵੱਤਰ ਹੋਣੀ ਚਾਹੀਦੀ ਹੈ। ਠੀਕ ਹੈ, ਸਿੰਪਲ ਸਮਝ ਗਏ ਹੋ। ਕਲੀਨ ਟਿਲੇਜ ਦਾ ਮਤਲਬ ਹੈ ਕਿ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ, ਕਿਸੇ ਪ੍ਰਕਾਰ ਦਾ ਫਸਲ ਦੇ ਵਿੱਚ ਵੱਧਤਾ ਨਹੀਂ ਹੋਣੀ ਚਾਹੀਦੀ। ਆਪਾਂ ਜਿਵੇਂ ਕਿ ਕੋਈ ਵੀ ਫਸਲ ਲਾਉਂਦੇ ਆ ਤਾਂ ਮੈਕਸਿਮਮ ਘਾਹ ਫੂਸ ਉੱਗ ਜਾਂਦੇ ਨੇ, ਜਿਸ ਕਰਕੇ ਕਿ ਉਹ ਪ੍ਰੋਪਰ ਤਰੀਕੇ ਨਾਲ ਨਾ ਤਾਂ ਨਮੀ ਰਹਿ ਸਕਦੀ ਹੈ ਨਾ ਹੀ ਉਸ ਨੂੰ ਪ੍ਰੋਡਕਸ਼ਨ ਜ਼ਿਆਦਾ ਦੀ ਜ਼ਿਆਦਾ ਉਸ ਨੂੰ, ਬਲਕਿ ਮੈਂ ਕਹਿ ਸਕਦਾ ਕਿ ਸਾਫ਼ ਸੁਥਰਾ ਕਰ ਦੇਣਾ। ਔਰ ਜਿਸ ਕਰਕੇ ਕਿ ਮੈਂ ਕਹਿ ਸਕਦਾ ਕਿ ਭੋਜਨ ਸਾਮਗਰੀ ਕਰਨ ਵਾਸਤੇ ਪਲਾਂਟਸ ਨੂੰ ਜਾਂ ਕਿਸੇ ਵੀ ਕ੍ਰੌਪ ਨੂੰ, ਬਲਕਿ ਇੱਦਾਂ ਦੀ ਗੱਲ ਹੈ ਕਿ ਉਹਨੂੰ ਜ਼ਿਆਦਾਤਰ ਖਾਦ ਦਾ ਅਸਰ ਹੋ ਸਕੇ। ਮਿਨੀਮਮ ਟਿਲੇਜ ਦੀ ਗੱਲ ਹੈ। ਮਿਨੀਮਮ ਟਿਲੇਜ ਨੂੰ ਆਪਾਂ ਆਮ ਭਾਸ਼ਾ ਜਿੰਨੇ ਵੀ ਹਿੰਦੀ ਮਾਧਿਅਮ ਦੇ ਬੱਚੇ ਨੇ ਖਾਸ ਤੌਰ ਤੇ ਯਾਦ ਰੱਖਣਾ ਹੈ, ਇਹਨੂੰ ਜੁਤਾਈ ਕਹਿੰਦੇ ਨੇ। ਠੀਕ ਹੈ, ਇਹ ਇਸ ਪ੍ਰਕਾਰ ਦੀ ਜੁਤਾਈ ਮੈਂ ਕਹਿ ਸਕਦਾ ਖੇਤ ਹੁੰਦਾ ਹੈ ਕਿ ਆਪਰੇਸ਼ਨ ਕੰਸੀਡਰੇਬਲ ਹੁੰਦਾ ਹੈ ਕਿ ਰਿਡਿਊਸ ਟੂ ਦਾ ਮਿਨੀਮਮ ਰਿਕੁਆਇਰਡ ਟੂ ਦਾ ਸੀਡ ਬੈਡ ਆਪਰੇਸ਼ਨ ਹੈ। ਠੀਕ ਹੈ, ਜਿਸ ਨੂੰ ਆਪਾਂ ਕਿ ਜ਼ਿਆਦਾਤਰ ਸਾਫ਼ ਸੁਥਰਾ ਨਾ ਕਰਦੇ ਹੋਏ ਫਸਲ ਦੇ ਮੁਤਾਬਿਕ ਆਪਾਂ ਫਸਲ ਬੀਜ ਦਿੰਦੇ ਹਾਂ। ਔਰ ਇਸ ਪ੍ਰਕਾਰ ਦੀ ਪ੍ਰੋਸੈਸ ਲਗਭਗ 2 ਤੋਂ 3 ਸਾਲ ਦਾ ਪੀਰੀਅਡ ਇਹਦਾ ਹੁੰਦਾ ਟੈਕਸਚਰ ਦਾ। ਠੀਕ ਹੈ, ਜੇ ਆਪਾਂ ਗੱਲ ਕਰਦੇ ਹਾਂ ਨੈਕਸਟ ਹੈ ਜ਼ੀਰੋ ਟਿਲੇਜ। ਜ਼ੀਰੋ ਟਿਲੇਜ ਦਾ ਮਤਲਬ ਹੈ ਕਿ ਬਿਨਾਂ ਕਿਸੇ ਬਲਕਿ ਇਦਾਂ ਦਾ ਕੀਤਾ ਜਿਵੇਂ ਮੋਢੀ ਫਸਲਾਂ ਬੀਜ ਦਿੰਦੇ ਆ, ਜਾਂ ਆਪਾਂ ਸਧਾਰਨ ਤੌਰ ਤੇ ਜਿਹੜੀਆਂ ਫਸਲਾਂ ਹੁੰਦੀਆਂ ਆਕਰ ਸਬਜ਼ੀਆਂ ਭਾਜੀਆਂ ਆਪਾਂ ਲਾ ਦਿੰਦੇ ਹਾਂ ਡਾਇਰੈਕਟ ਬਿਨਾਂ ਕਿਸੇ ਜ਼ਿਆਦਾਤਰ ਖਰਪਤਵਾਰ ਜਾਂ ਸਿੰਚਾਈ ਕੀਤੇ ਤੋਂ ਬਿਨਾਂ ਆਪਾਂ ਡਾਇਰੈਕਟ ਲਾ ਦਿੰਦੇ ਹਾਂ। ਠੀਕ ਹੈ, ਇਸ ਪ੍ਰਕਾਰ ਦਾ। ਰਿਡਿਊਸ ਟਿਲੇਜ ਦਾ ਮਤਲਬ ਖਾਸ ਤੌਰ ਤੇ ਆਪਾਂ ਸਿੰਪਲ ਸਮਝ ਸਕਦੇ ਹਾਂ, ਜ਼ਿਆਦਾ ਨਹੀਂ ਕਿ ਲੈਸ ਟਿਲੇਜ ਦੈਨ ਦਾ ਅਦਰ ਆਪਰੇਸ਼ਨ ਯੂਜ਼ ਇਨ ਦਾ ਕਨਵੈਨਸ਼ਨਲ ਟਿਲੇਜ, मतलब कि ਦੂਸਰਿਆਂ ਨਾਲੋਂ ਘੱਟ ਕਰਨਾ। ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਭ ਤੋਂ ਜ਼ਿਆਦਾ ਜੇ ਆਪਾਂ ਝੋਨਾ ਲਾਉਂਦੇ ਆ ਤੁਹਾਨੂੰ ਪਤਾ ਹੋਏਗਾ ਕਿ ਪੈਡੀ ਜਦੋਂ ਆਪਾਂ ਬੀਜਦੇ ਆ ਤਾਂ ਕਿੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਉਸ ਨੂੰ, मतलब कि ਮਿੱਟੀ ਅਤੇ ਪਾਣੀ ਨੂੰ ਇੱਕ ਕਰਨਾ ਪੈਂਦਾ, ਕਹਾਣੀ ਮਿਲਾਉਣੀ ਪੈਂਦੀ ਹੈ। ਠੀਕ ਹੈ, ਇੰਨੀ ਜ਼ਿਆਦਾ ਵੀ ਨਹੀਂ ਪਤਲੀ, ਮਿਟ ਮੀਨਸ ਕਿ ਸਖਤ ਵੀ ਹੁੰਦੀ ਹੈ ਤਾਂ ਕਿ ਉਹ ਖਾਸ ਤੌਰ ਤੇ ਜਿਹੜੀ ਆਪਾਂ ਪੌਦ ਲਾਵਾਂਗੇ ਉਸ ਪੌਦ ਨੂੰ ਜਲਦੀ ਉਹਦੀ ਜੜ ਲੱਗ ਜੇ ਅਤੇ ਉਸ ਨੂੰ ਬਲਕਿ ਵਧਣ ਦੇ ਵਿੱਚ ਮਦਦਗਾਰ ਹੋਵੇ। ਠੀਕ ਹੈ, ਸਖਤ ਮਿੱਟੀ ਤੇ ਕਦੇ ਵੀ ਨਹੀਂ ਹੋਏਗਾ ਉਹ, ਤਾਂ ਇਦਾਂ ਕਰਕੇ ਹੋ ਗਿਆ। ਹੁਣ ਟਿਲੇਜ ਇੰਪਲੀਮੈਂਟਡ ਕੀਤੀ ਜਾਂਦੀ ਹੈ। ਇਹਨੇ ਕੁਝ ਦੱਸਿਆ ਹੈਗਾ ਕਿ ਖਾਸ ਤੌਰ ਤੇ ਜੇ ਆਪਾਂ ਖੇਤੀਬਾੜੀ ਨੂੰ ਹੋਰ ਵੀ ਫਸਲਾਂ ਬੀਜਣ ਵਾਸਤੇ ਕਾਰਗਰ ਬਣਾਉਣਾ ਤੇ ਕਿਸ ਕਿਸ ਪ੍ਰਕਾਰ ਦੇ ਆਪਾਂ ਨੂੰ ਜੇ ਆਪਾਂ ਇਕਵਿਪਮੈਂਟ ਦੀ ਗੱਲ ਕਰਦੇ ਹਾਂ ਤਾਂ ਜ਼ਰੂਰਤ ਪੈਂਦੀ ਹੈ। ਇਹਨਾਂ ਨੇ ਦੱਸਿਆ ਹੈਗਾ ਕਿ ਨੈਕਸਟ ਜੇ ਆਪਾਂ ਗੱਲ ਕਰੀਏ ਪਲੋ ਘੱਟੋ ਘੱਟ ਕਹਿੰਦਾ ਵੀ 40 ਪ੍ਰਕਾਰ ਤੋਂ 40 ਤੋਂ ਜ਼ਿਆਦਾ ਪ੍ਰਕਾਰ ਦੇ ਆਪਾਂ ਦੇਸ਼ ਦੇ ਵਿੱਚ ਯੂਜ਼ ਕਰਦੇ ਹਾਂ। ਠੀਕ ਹੈ, ਇਹ ਡਿਪੈਂਡ ਕਰਦਾ ਹੈ ਕਿ ਤੁਹਾਡੇ ਕਿਸ ਖੇਤਰ ਦੀ ਕਿਸ ਪ੍ਰਕਾਰ ਦੀ ਜ਼ਮੀਨ ਹੈ। ਜੇ ਬਰਾਨੀ ਹੈ ਤਾਂ ਜ਼ਰੂਰੀ ਨਹੀਂ ਕਿ ਉੱਥੇ ਬਹੁਤ ਤੁਹਾਨੂੰ ਪਹਾੜੀ ਖੇਤਰ ਦੇ ਏਰੀਆ ਦੇ ਪਲੋ ਯੂਜ਼ ਕਰਨੇ ਪੈਣਗੇ। ਠੀਕ ਹੈ, ਇਹਨਾਂ ਦਾ ਮੇਨ ਫੰਕਸ਼ਨ ਕੀ ਹੈ? ਫੰਕਸ਼ਨ ਹੈਗਾ ਕਿ ਪਲੋਇੰਗ ਯੂਜ਼ ਫॉर ਪਲੋਇੰਗ ਹੋ ਗਿਆ, ਸ਼ੋਇੰਗ ਕ੍ਰੌਪਸ ਹੋ ਗਿਆ ਐਂਡ ਇੰਟਰਕਲਚਰ ਆਪਰੇਸ਼ਨ ਹੋ ਗਿਆ ਐਂਡ ਨੈਕਸਟ ਹੋ ਗਿਆ ਕਿ ਹਾਰਵੈਸਟਿੰਗ ਦਾ ਅੰਡਰਗਰਾਉਂਡ ਪਾਰਟ ਆਫ ਕ੍ਰੌਪ ਹੋ ਗਿਆ। ਠੀਕ ਹੈ, ਔਰ ਦੂਜੇ ਤਰੀਕੇ ਨਾਲ ਜੇ ਆਪਾਂ ਗੱਲ ਕਰਦੇ ਹਾਂ ਕਿ ਪਲੋ ਜ਼ਮੀਨ ਨੂੰ ਕਰਨਾ, ਠੀਕ ਹੈ, ਪਲੋ ਮਾਰਨੇ, ਇਹਦਾ ਮਤਲਬ ਇਹ ਹੁੰਦਾ ਹੈ ਕਿ ਜਿਹੜੀ ਜ਼ਮੀਨ ਦੀ ਉੱਪਰ ਵਾਲੀ ਪਪੜੀ ਹੈ, ਉੱਪਰ ਵਾਲੀ ਜਿਹੜੀ ਲੇਅਰ ਹੈ ਉਨੀ ਸਖਤ ਹੋ ਜਾਂਦੀ ਹੈ ਔਰ ਉਸ ਨੂੰ ਵਾਹ ਕੇ ਪਾਣੀ ਲਾ ਕੇ ਵਾਹ ਕੇ ਜਦੋਂ ਮਿਕਸ ਕੀਤਾ ਜਾਂਦਾ ਹੈ ਤੇ ਨੀਚੇ ਜੋ ਉਸਦੇ ਕੈਲਸ਼ੀਅਮਸ ਹੁੰਦੇ ਨੇ, ਠੀਕ ਹੈ, ਉਹ ਦੋਨੋਂ ਮਿਕਸ ਹੋ ਜਾਂਦੇ ਹੈ। ਫਸਲ ਦੇ ਵਿੱਚ ਹਮੇਸ਼ਾ ਜੇ ਆਪਾਂ ਗੱਲ ਕਰੀ ਜ਼ਿੰਕ ਦੀ ਜ਼ਰੂਰਤ ਪੈਂਦੀ ਹੈ, ਫਾਸਫੋਰਸ ਦੀ ਜ਼ਰੂਰਤ ਪੈਂਦੀ ਹੈ, ਪੋਟੇਸ਼ੀਅਮ ਹੋ ਗਿਆ, ਕੈਲਸ਼ੀਅਮ ਹੋ ਗਿਆ, ਮੈਗਨੀਸ਼ੀਅਮ ਹੋ ਗਿਆ। ਠੀਕ ਹੈ, ਇਸੇ ਕਰਕੇ ਜੇ ਆਪਾਂ ਗੱਲ ਕਰੀਏ ਤਾਂ ਆਕਸੀਜਨ ਦੀ ਮਾਤਰਾ ਵੀ ਹੁੰਦੀ ਹੈ, ਤਦ ਕਰਕੇ ਤਾਂ ਨੀਚੇ ਕੀਟ ਕੀਟਾਣੂ ਜੋ ਮਿਕਸ ਹੁੰਦੇ ਆ। ਤਾਂ ਪਲੋ ਨਾਲ ਕੀ ਹੁੰਦਾ ਨਾ ਕਿ ਦੋਨੋਂ ਸਮਤਲ ਜਗ੍ਹਾ ਮਿਲ ਉੱਪਰ ਨੀਚੇ ਦਾ ਜੋ ਹਿੱਸਾ ਹੁੰਦਾ ਜ਼ਮੀਨ ਦਾ ਉਹ ਬਰਾਬਰ ਹੋ ਜਾਂਦਾ ਹੈ। ਦੋਨੋਂ ਫਸਲਾਂ ਜਿਹੜੀਆਂ ਬੀਜਾਂਗੇ ਨੀਚੇ ਅਗਰ ਜਿੰਨੀ ਬਲਕਿ ਪੋਲੀ ਜਗ੍ਹਾ ਰਹੇਗੀ ਉਨੀ ਜ਼ਿਆਦਾ ਨਮੀ ਰਹੇਗੀ ਤਾਂ ਫਸਲ ਨੂੰ ਗਰੋਥ ਕਰਨ ਵਾਸਤੇ ਜ਼ਿਆਦਾ ਤੋਂ ਜ਼ਿਆਦਾ ਮੌਕਾ ਮਿਲਦਾ ਹੈ। ਜੇ ਇੱਥੇ ਨੈਕਸਟ ਗੱਲ ਕਰਦੇ ਹਾਂ ਤਾਂ ਆਪਣੇ ਕੋਲੇ ਨੈਕਸਟ ਹੋ ਗਿਆ ਆਪਣੇ ਕੋਲੇ ਬੋਰਡ ਪਲੋ। ठीक है, बोर्ड प्लो भी इतने जानकारी दे रखी है, यू कैन रीड आउट और अदरवाइज यू कैन टेक इट्स स्क्रीनशॉट टू द लर्न। ठीक है, नैक्सट जे अपन दे रखे कि टू वे प्लो, दो तरीके के प्लो किहड़े ने कि इट हैव द बॉटम सो अरेंज दैट द राइट टर्निंग बॉटम क्विकली रिप्लेस विद
विद द सैट ऑफ टर्न द सॉइल इज द लैफ्ट। दूसरा जे आप नंबर नैक्सट करिए कि वॉकिंग प्लो हो गया। वॉकिंग प्लो का तुहानूं पता ही होएगा कि जिहड़ा कि वॉकिंग प्लो चल फिर के आप जो यूज़ करते सी, जिसनों आप बड़दा पिछे भी यूज़ करते सीगे। रीडिंग प्लो हो गया। नैक्सट हो गया अपने को माउंटेड प्लो हो गया। तो पेपर के ज़्यादातर आई थिंक इत्थों नहीं पूछा जाएगा, सिर्फ ये होंगे कि खेतीबाड़ी करने वास्ते किस प्रकार किन्ने प्रकार के प्लो मेनली यूज किए जाते हैं। नैक्सट जे आप गल करते हैं कि ये टाइप ऑफ जो अपने को मुड जो आप गल करते हैं कि बोर्ड प्लो है, ये किहड़ी किहड़ी कैटेगरीज आ जाती हैं। ये आ गया कि मैस्टॉन प्लो आ गया, नैक्सट हो गया अपने को शाबाश प्लो हो गया, वाह वाह प्लो हो गया, पजारा प्लो हो गया, या आप केयर प्लो की गल करिए, ठीक है। और इसी तरीके जो ट्रैक्टर माउंटेड मोल्ड जो बोर्ड यूज किए जाते हैं, डिस्क प्लो हो गया। ये खास तौर पर याद रखना है कि जिन्हें भी आप डिस्क प्लो यूज किए जाते हैं, डिस्क वाले तुहानूं पता होगा स्प्रिंगा वाले जो ज़्यादातर आई थिंक तुसीं ज़्यादातर देखा नहीं होएगा, पर मैं कोशिश करांगा कि तुहानूं मैं जल्दी इमेज दिखाउणा इन्हां दी। तवियां समझते हो, तवियां नूं कहा जाता डिस्क प्लो, ठीक है। ये जे आप गल करिए मेनली दो वैसे तो खैर ज़्यादा दिन प्रतिदिन इहदी टैक्नोलॉजी बढ़ती जा रही है, पर दो तरीके की है। तुहानूं मैं इमेज दिखाउणा, तुसीं समझ जाओगे। गाइज देखो मैं फर्म की कोई ऐड नहीं कर रहा, इत्थे कोई भी फर्म है, मैं मेरा पर्पज है तुहानूं प्रॉपर तरीके नाल समझाउणा है। सब तो पहला जिहड़ा जिक्र कीता सी आपां कि प्लो दीयां कैटेगरीज किहड़ियां है, और कैटेगरीज दे विच जे आप डिस्कस करते हैं, सब तो पहला अपने कोल सीगा जे आप गल करते हैं कि अपने कोल बोर्ड प्लो है, तो इस तरीके नाल बोर्ड प्लो है। इन्हों आम तौर पर भाषा दे विच तोते भी कहा जाता है, ठीक है। तोते डौने नहीं है, बल्कि ये सामने जो फर्जा लग्या ना इन्हां दा, इट मीनस वॉट इज इट द प्लो। ये की करता है ना कि जी जमीन आप वावांगे तो ये जमीन उतला परत है ना वो नीचे चले जाएगी, और निचली परत है जो धरती की उपर आ जाएगी। तकरीबन 1 फुट तक दियाँ सब्बना लगियां होंदियां, रौड़ां लगियां होंदियां जो धरती को पाड़ दिंदियां, ठीक है। इस तरीके नाल मैं सैकेंड एग्जाम्पल नाल तुहानूं समझाउणा है। जो सैकेंड इदां करके मेरे को इमेज हैगी है, ये इमेज हैगी दरअसल इसनों आपां कहने मैस्टोन प्लो। मतलब कि मैं तुहानूं दस्सिया सी ना टाइप ऑफ जिवें मुड बोर्ड प्लो ने, ये बोर्ड प्लो दे विच ये मैस्टोन है, सिंगल है। ये खास तौर पर इसनों जिवें आपां गल करिए कि इहदा बीम लंबा हुंदा है, ठीक है, और कॉमनली यूज पिंडां दे विच कीता जाता है। और मैं जे तुहानूं समझावां तो इहदी आयरन दी थल्ले सब्बड़ लगी हुंदी है, हब लगी हुंदी है, और तकरीबन 15 तो लेके 17 या 12 सेंटीमीटर तक लंबी यह डीप धरती विच जांदी है, और ये उठां ते बलदां दे विच बलदां नाल यूज कीता जांदा सीगा। तुसीं देख सकदे हो इस हिसाब नाल, ठीक है। और ये हो गया तुहाडे कोले शाबाश प्लो हो गया, तो इस करके सीगा। तो बस इन्हां नूं आपां इमेजिनेशन करके समझ सकते हैं, बट जे आपां गल करते हैं मेनली पेपर दे विच कित्थों पूछा जा सकता है, तो डिस्क प्लो जिहड़ी सी गल करदा मैं, डिस्क प्लो इन्हां नूं तवियां कहा जाता है, ठीक है। तो दोस्तों ये भी धरती ये की हुंदी है कि जमीन के जिहड़े हिस्से नूं बरीक तौर पर जे उहनूं कट्टना या वड्ढना, इस करके विच इज़ वेरी इंपॉर्टेंट। ये भी इंस्ट्रूमेंट बहुत वधिया हैगा आ जमीन नूं खरपतवार करने वास्ते, जुताई करने वास्ते, तो मेनली ये है, ठीक है। चलिए हुण तुसीं समझ गए होंगे सारियां चीज़ां। हुण बेसिकली एडवांटेज ऑफ डिस्क प्लो का की रहिंदा है, एडवांटेज की रहिंदा है कि मोर यूजफुल फॉर द डीप प्लोइंग, मतलब डीप करने वास्ते प्लोइंग। जे आप जमीन जे खास तौर पर गल करते हैं आप तवियां रूटर भी अजकल आ गए ना, झोना या आप गल करते हैं झोने वाली फसलों ने वो जमीन आप बाउणा है, तो इस प्लो नूं यूज किया जाता, डिस्क प्लो तवियां नूं यूज किया जाता, क्योंकि जे आप दूर तीर 3-4 बारी कर देंगे तो जमीन बहुत अच्छे तरीके नाल तैयार हो जाएगी, ठीक है। ये कहता कि इट वर्क्स इन ए लूज सॉइल एंड विदाउट द मच क्लॉगिंग, बिल्कुल करेक्ट आंसर है। नैक्सट जो सेफ्टी स्टोनी है, ठीक है, जो स्टोन है तो तकरीबन टुकड़ियां दे विच हिस्सा कर देगी, वढ़ देगी। जे विच आप ऑलरेडी कुछ हिस्से भी हैगे है, जे आप गल करिए लकड़ां दे या इदां दे कुछ मड वगैरह बच गए हैं, तो उन्होंने टुकड़े करके वढ़ देगा, तो इसका एडवांटेज भी रहिंदा है। डिसएडवांटेज की गल करें, नॉट ए सूटेबल टू द कवरिंग द सरफेस ट्रेस एंड वीड इनफेक्टिव मड पोलो, ठीक है। जे आप गल करते हैं थोड़ी जी जमीन अगर सख्त है तो सख्त दे विच तवियां बिल्कुल भी नहीं बैठणगियां, ठीक है। तो इसका एडवांटेज डिसएडवांटेज भी है, तो यू कैन रीड इट, ठीक है, आफ्टर दिस सैशन विच विल हैल्प यू। डिस्क की गल करिए दो तरीके की, एक स्टैंडर्ड डिस्क होंदा है, एक वर्टिकली डिस्क होंदा है। स्टैंडर्ड डिस्क के विच जे आप यूज करते हैं तो सिंपल तरीके का डिस्क होंदा है। जे आप वर्टिकली यूज करिए तो वह दोनों तरीके दोनों हिस्सों के विच लंबा होंदा है, जमीनों को अल्ट दोनों करेगा। जे आप लैफ्ट अगला हिस्सा लैफ्ट सट रहे तो पिछला हिस्सा वह राइट सुटेगा, ठीक है। तो ये प्रोसैस है पूरी, यू कैन रीड इट, ठीक है, तुहानूं बहुत हैल्प करेगा। तो आई थिंक हुण सानूं क्वेश्चन सीरीज़ ते वधना चाहीदा। मेनली चीज़ां हैगियां जिहड़ियां मैं तुहानूं ऑलरेडी समझा रहा, जिवें पैडी वीडर दे रखा है, प्लांक रोलर है, सीड ड्रिल है, ठीक है, होरो क्लोजर है, ये सारियां चीज़ां, ठीक है। चलिए पहला क्वेश्चन स्क्रीन पर दे रखा है, बहुत इंपॉर्टेंट है, सारे स्टूडेंट्स ने मेरे नाल आंसर देने की कोशिश करनी है। अगर तुसीं एग्जाम तो पहला यार इन्हां नूं सिर्फ याद ही कर लैंदे हो तो मेरी गारंटी है कोई सिंगल क्वेश्चन भी तुहाडा पेपर दे विच आउट नहीं होने वाला है। फादर ऑफ टीलेज की गल है, इस खेती का फादर कौन है?
जुताई ਕਰਨ ਦਾ ਫਾਦਰ ਕੌਣ ਹੈ, ਕਿਹਨੇ ਇਹ ਚੀਜ਼ਾਂ ਵਿਕਸਿਤ ਕੀਤੀਆਂ? ਤਾਂ ਇਹਦਾ ਜੋ ਕਰੈਕਟ ਆਨਸਰ ਹੋਏਗਾ ਜੇਬੀ ਲੈਵਸ, ਬਿਲਕੁਲ ਕਰੈਕਟ ਆਨਸਰ ਹੋਏਗਾ ਜੇਬੀ ਲੈਵਸ। ਹੁਣ ਤੁਹਾਨੂੰ ਮੈਂ ਯਾਦ ਕਰਾਵਾਂਗਾ, ਠੀਕ ਹੈ, ਇਹਨਾਂ ਨੂੰ ਯਾਦ ਕਰ ਲਓ ਆਪ। ਜੇਬੀ ਲੈਵਸ ਇੱਕ ਦੋ ਵਾਰੀ ਚੀਜ਼ਾਂ ਯਾਦ ਕਰ ਲਓ। ਜੇਬੀ ਲੈਵ ਸੀਗਾ ਜਿਸ ਨੇ ਖੇਤੀ ਕਰਨ ਦਾ ਠੇਕਾ ਲੋਕਾਂ ਨੂੰ ਸਮਝਾਇਆ ਵੀ ਖੇਤੀ ਕਿਵੇਂ ਕਰ ਸਕਦੇ ਹਾਂ, ਵੱਧ ਤੋਂ ਵੱਧ ਫਸਲਾਂ ਕਿਵੇਂ ਉਗਾ ਸਕਦੇ ਹਾਂ। ਚਲਿਏ ਬਈ, ਦੂਜਾ ਕੁਐਸਚਨ ਹੈਗਾ ਮਕੈਨੀਕਲ ਮੈਨੂਪੂਲੇਸ਼ਨ ਮਨੀਪੂਲੇਸ਼ਨ ਆਫ ਸੋਇਲ ਵਿਦ ਦ ਟੂਲਸ ਐਂਡ ਇੰਪਲੀਮੈਂਟਸ ਇਜ਼ ਕੋਲਡ। ਇਹਨੂੰ ਕੀ ਕਿਹਾ ਜਾਂਦਾ? ਇਹਨੂੰ ਟੀਲਸ ਕਹਿੰਦੇ ਆ, ਜਾਂ ਪਹਿਲਾ ਅਤੇ ਦੂਜਾ, ਪਹਿਲੇ ਕਿਉਂਕਿ ਦੂਜਾ ਤਾਂ ਆਪਸ਼ਨ ਹੀ ਨਹੀਂ ਹੈ। ਤੀਜਾ ਹੋ ਗਿਆ ਟੀਲਥ ਹੈ ਜਾਂ ਨਨ ਆਫ ਦੀਜ ਹੈ। ਵਾਟ ਇਜ਼ ਇਟਸ ਆਂਸਰ? ਇਟਸ ਆਂਸਰ ਵਿਲ ਬੀ ਟੀਲਸ, ਮਤਲਬ ਜੁਤਾਈ ਜਾਂ ਆਪਾਂ ਕਹਿ ਸਕਦੇ ਹਾਂ ਖੇਤੀ, ਬਿਲਕੁਲ ਕਰੈਕਟ ਆਂਸਰ ਹੈ, ਤੁਸੀਂ ਸਮਝ ਚੁੱਕੇ ਹੋਵੋਗੇ। तीजा क्वेश्चन है कि फिजिकली कंडीशन ऑफ द सॉइल रिजल्टेड ड्यू टू द टेलिस इज कोल्ड। जो फिजिकली कंडीशन सॉइल दी है रिजल्ट बदल दिंदा है ड्यू टू द टेलिस यानी जुताई दे विच, तो उसनूं आपां टैक्सचर कहने हैं, टील्थ कहने हैं, स्ट्रक्चर कहने हैं, या नन ऑफ दीज है। तो दोस्तों इसका आंसर की होएगा? स्ट्रक्चर बिल्कुल करैक्ट आंसर होएगा। इंपॉर्टेंट क्वेश्चन है, सिंपल जो डेफिनेशन ने उन्हें सीधियां याद रख लो। देखो परिभाषा तो सानूं सीधियां ही याद रखनियां पैणियां। जो तुहानूं पुछां भी त्रिभुज की है, ट्रायंगल की है, तो एक क्लोज्ड फिगर विच इज बाउंडेड बाय थ्री साइड इट इज ए ट्रायंगल। ठीक है, जे आपां गल करिए तीन भुजावां नाल घिरी हुई बंद आकृति है, तीन भुजावां दी एक बंद आकृति है, एक बंद चित्र है, तो उसनूं आपां की कहने त्रिभुज कहने हैं। तो अगर इसनूं आपां इह तां नहीं कह सकदे ना कि बठिंडा, पटियाला या चंडीगढ़, ये नवीं परिभाषा बनाती जी दी नैबर। तो ਜਿਹੜੀਆਂ ਇਹ ਡੈਫੀਨੇਸ਼ਨਸ ਹੁੰਦੀਆਂ ਨੇ ਇਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਇੱਕ ਦੋ ਵਾਰੀ ਪੜ੍ਹ ਲਓ, ਤੁਹਾਨੂੰ ਯਾਦ ਹੋ ਜਾਣੀ ਹੈ, ਪ੍ਰੋਬਲਮ ਬਿਲਕੁਲ ਵੀ ਨਹੀਂ ਆਏਗੀ। चौथा क्वेश्चन है इंपॉर्टेंट प्रॉपर्टी ऑफ सॉइल इज, मतलब सॉइल की इंपॉर्टेंट प्रॉपर्टी किहड़ी है इन्हां दे विचों? दसना कि साइज डिस्ट्रीब्यूशन ऑफ एग्रीगेट्स हो गया, या आप गल करिए कि प्रोबेबिलिटी ऑफ सॉइल हो गया। नैक्सट जे आप गल करिए बोथ फस्ट एंड दूजा दोनों सही है, तो मैनूं लगदा किते ना किते आपां नूं बिल्कुल करैक्ट कर देना चाहिए। प्रॉपर्टी ऑफ सॉइल दे विच गल करदे हैं तो डिस्ट्रीब्यूशन ऑफ एग्रीगेट्स बिल्कुल सही है। दूसरा हो जाएगा अपने कोले फ्राइबिलिटी ऑफ सॉइल, बिल्कुल ये भी सही हो जाएगा। तो दोनों बिल्कुल राइट आंसर होंगे, कोई परेशानी वाली गल बिल्कुल भी नहीं है। नैक्सट है पंजवां क्वेश्चन। पंजवें क्वेश्चन च है कि सॉइल एग्रीगेट साइज मस्ट बी डायमीटर ऑफ गुड क्रॉप अंडर द इरीगेशन कंडीशन। देखो ਇਹਦਾ मतलब है कि जे ਆਪਾਂ इरीगेशन करने वास्ते तकरीबन कितना डायमीटर होना चाहिए कि गुड क्रॉप वास्ते, तो ਇਹਦਾ आंसर की होएगा? क्वेश्चन नंबर 5वें का आंसर होएगा कि लगभग मैं कहांगा कि घट्टो घट्ट 5 तो बिलो कुछ भी हो सकता और 5 तक मैक्सीमम यानी हो सकता। ठीक है, चलिए भाई, मिनीमम जे गल करिए तो आप 5 तक और मैक्सीमम कितों तक भी हो सकता। सो दैट चलिए नैक्सट अपने को कैपिलरी एंड नॉन कैपिलरी पोर्स मस्ट इन द प्रोपोर्शन ऑफ फॉर गुड क्रॉप प्रोडक्शन। ठीक है, प्रोपोर्शन आप दसना इत्थे, तो यदा सही आंसर होएगा ऑप्शन नंबर डी है 80 और 20 का है। ठीक है, कैपिलरी एंड नॉन कैपिलरी, कैपिलरी और नॉन कैपिलरी पर पूछा जा रहा है। कमेंट करके मैंने दसो सारे स्टूडेंट्स तुहानू जे सैशन चंगा लग रहा है। देखो आप एग्रीकल्चर नाल कदे वाह नहीं पिया, मैथ रीजनिंग नाल हमेशा साडा वाह पैंदा है, तो असी यूज टू हैं। ठीक है, लेकिन खास तौर पर एग्रीकल्चर है, अकाउंट्स ऐसी यूज टू नहीं है। दोस्तों इन्हां चीज़ों पर तुहानू फोकस करके पढ़ना पएगा। जे तुसीं सोचोगे असीं क्विट कर दिए, छड्ड दिए, तो नैवर, इट मीनस है कि तुसीं योद्धे नहीं हो। गल करिए कैपिलरी, एक कैशिका होंदी है कोशिका। ठीक है, कैशिका और नॉन कोशिका वाल दी गल करते हैं। नॉन कैशिका इन्हां दा रेशियो की है। ठीक है, इन्हां दा रेशियो तुसीं याद रखना कि 80-20 का रेशियो हुंदा इन्हां दे विच। चलिए बई अगला क्वेश्चन है ऑब्जेक्टिव ऑफ टिलिस इज। ऑब्जेक्टिव ऑफ टिलिस इज, इहदा ऑब्जेक्टिव की है? तो इहदा ऑब्जेक्टिव हैगा या जरा बिल्कुल करैक्ट आंसर है। हाँ जी, किसी स्टूडेंट का कमेंट आया कि सर 6वें का आंसर करैक्ट करो। बिल्कुल सॉरी फॉर दैट यार, 6वें का ऑप्शन है 50-50, बिल्कुल सही है, 50-50 है, बिल्कुल करैक्ट है। आई एम रियली सॉरी फॉर दैट, बाकी कोई दिक्कत नहीं है, 50-50 करैक्ट आंसर होएगा। दोनों का मतलब कि जिहड़ी कैशिका नॉन कैशिका है, इन्हां दोनों के विचाले इन्हें पूछा सीगा द पोर्स मस्ट इन द प्रोपोर्शन इन गुड क्रॉप प्रोडक्शन, तो बोथ द आंसर विल बी 50-50। 7वां क्वेश्चन है ऑब्जेक्ट ऑफ टिलिस की है, मतलब इसका मेन ऑब्जेक्ट की है, तो मैं दसना चाहांगा सुटेबल सीड बैड प्रिपरेशन, बिल्कुल दसिया, वीड कंट्रोल बिल्कुल दसिया, इंप्रूविंग द वायलेशन बिल्कुल करैक्ट है। तो अगर सारे सही है तो इट मीनस की है, चौथा ऑप्शन आ जाएगा ऑल ऑफ अबव, बिल्कुल सही है, गुड, शाबाश बच्चे। 8वां क्वेश्चन है कि बेसिक रिक्वायरमेंट ऑफ नो, मतलब कि जीरो टिलेज इज, बेसिक रिक्वायरमेंट की होंदी है। ठीक है, बेसिक रिक्वायरमेंट तुहानूं दसां की होंदी है कि ऑल द वेजिटेशन इज किल्ड बाय द हर्बिसाइड्स। की है? हर्बिसाइड्स है।
नेक्स्ट है कि रो सरफेस इज क्लियर ऑफ मल्च हो गया। नंबर नेक्स्ट हो जाएगा कि सीड प्लेस्ड इन द प्रॉपर डेप्थ एंड द गुड जर्मीनेबल। तो एक चीज़ मैं ਤੁਹਾਨੂੰ ਦੱਸਦਾ, देखो समझो जरा कि ਜਿਹੜੀ जीरो टिलेज है, जीरो टिलेज बारे ਆਪਾਂ एक लाइन ਛੱਡੀ ਸੀਗੀ। जीरो टिलेज बारे कुछ ज़्यादा डिफिकल्ट कंसैप्ट नहीं है कि ਸਾਨੂੰ समझ नहीं आएगा। बेसिकली की है कि हमेशा जदों भी आप कल्टीवेशन करते हैं तो की करता है कि लगभग इसनों एक्सट्रीम फ्रॉम द मिनीमम टिलेज, बई एक्सट्रीम का मतलब है कि ਵੱਧ तो ਵੱਧ करके और मैक्सीमम टाइम ਦੇ ਵਿੱਚ ਕੀਤਾ ਜਾਂਦਾ है। और यह प्राइमरी टिलेज है जो कंप्लीटली तौर पर अवॉइडेड किया जाता है। सैकेंड टिलेज ਨੂੰ ज़्यादातर रिस्ट्रिक्टेड किया जाता है। एंड क्यों किया जाता है, इसनों ਆਪਾਂ लगभग कह सकते हैं कि इट इज़ ऑल्सो नोन द नो टिल। ਇਹਨੂੰ ਆਪਾਂ ਨੋ ਟਿਲ ਦੇ ਨਾਮ ਤੋਂ ਵੀ ਜਾਣਦੇ ਹਾਂ। ਇਹ ਵੀ ਤੁਸੀਂ ਯਾਦ ਰੱਖਿਓ, ਪੇਪਰ 'ਚ ਪੁੱਛਿਆ ਜਾ ਸਕਦਾ ਹੈ ਕਿ ਨੋ ਟਿਲ ਦੇ ਨਾਮ ਤੋਂ ਕਿਸ ਨੂੰ ਕਿਹੜੀ ਬਲਕਿ ਹਿੱਸੇ ਨੂੰ ਕਿਹਾ ਜਾਂਦਾ, ਤਾਂ ਤੁਸੀਂ ਕਹਿ ਸਕਦੇ ਹੋ ਜ਼ੀਰੋ ਟਿਲੇਜ ਨੂੰ ਕਿਹਾ ਜਾਂਦਾ ਹੈ। दोस्तों एक चीज़ तुसी होर भी याद रखनी है कि जीरो टिलेज है इज सिग्निफिकेंटली रिड्यूस द कॉस्ट ऑफ प्रोडक्शन, मतलब कि सिग्निफिकेंटली कॉस्ट ऑफ प्रोडक्शन दी है। तो इट मीनस सारे एलिजिबल ने, तो ऑल द अबव बिल्कुल राइट आंसर हो जाएगा। नौवां क्वेश्चन है मेन ऑब्जेक्टिव ऑफ इंटर कल्टीवेशन इज, मेन ऑब्जेक्टिव की है, ठीक है। तो कमेंट करके सारे स्टूडेंट दसो आंसर की होएगा। ऑप्शन नंबर पहला बिल्कुल करेक्ट है, दूसरा बिल्कुल करेक्ट है, तीसरा करेक्ट है, चौथा करेक्ट है, की करेक्ट होएगा। तो इस पर्टिकुलर क्वेश्चन का आंसर दसना चाहांगा कि वीड कंट्रोल भी है, क्रिएट डस्ट मल्च ऑफ रिड्यूस इवापोरेशंस है, एंड नेक्स्ट अपने को फैसिलिटेट द एरेशन टू द रूट सिस्टम है। तो ऑल द अबव बिल्कुल करेक्ट आंसर होएगा, कोई दिक्कत वाली गल नहीं है। नेक्स्ट अपने को इंटरकल्चरल ऑपरेशन विद इंप्लीमेंट्स इज यूजुअली डन बार। तो चार ऑप्शंस तो गिवन है। द करेक्ट आंसर की हो जाएगा ड्राई एंड क्रॉप, बिल्कुल करेक्ट आंसर है। ड्राई लैंड एंड क्रॉप बिल्कुल राइट आंसर होएगा, ठीक है। नेक्स्ट अपने को दे रखा है कि ड्रेन्स इज डैश टाइम्स फ्लोर इज पूल्ड सॉइल दैन द ग्रैनुलेटेड सॉइल। हुण देखो ग्रैनुलेटेड सॉइल किहड़ी हैगी है, कमेंट करके मैनूं दसो। ग्रैनुलेटेड सॉइल होंदी जिहड़ी दाणेदार मिट्टी होंदी है, ठीक है। तो इसका सही आंसर की हो जाएगा, क्वेश्चन नंबर 11वें का करेक्ट आंसर होएगा बिल्कुल 100 हो जाएगा 100 टाइम्स, ठीक है। तो दोस्तों बहुत इंपॉर्टेंट है, मेरा खुद का चाह पीने का मन कर गया, ठीक है। तो बहुत ज़्यादा काम कॉम्प्लीकेटिव हो जाता है ड्यूरिंग टेस्ट सीरीज। जिन्ने भी स्टूडेंट्स ने बिफोर द प्राइजिंग चेंज हो जाए उस तो पहला तुसीं सेम प्राइज के अंदर इनरोल कर सकते हो। थोनू गिल्ज मिंटोर अपनी तरफों बेस्ट कंटेंट देगा, और मेरा हमेशा यही परपज है, साड़ी जिन्नी भी टीम मैंबरस ने थोनू रेगूलरली टीच कर रहे हैं, रेगूलरली तुहाडे ते मेहनत कर रहे हैं ताकि तुसीं कुछ बहुत बेहतर सीख सको। नैक्सट है क्यों है, क्योंकि ये पीछे बहुत ही सिंपल जा एक लॉजिक है यार। एक दिन की होया कि मैं तुहाडे नाल पहलां भी गल साझी कीती सी, मेरा रिलेटिव सीगा और उसने रेजिडेंशियल प्रूफ बनाउणा सीगा, PSPCL काउंसलिंग दे लई है। एंड वो किते गया जो पटवारी के सिग्नेचर करवाने सीगे, तो कहता सर जी मैनू फोन किया जी, कहता इत्थे तां भीड़ ही बहुत लगी है। मैं क्या भी तुसीं इस तरह गल करो भी देखो भीड़ लगी है तो तुहानूं लाइन दे विच लगना पएगा, तो लाइन च लगना पएगा तो देखो सारे ने बनाउणा है, ये तो पक्का ही है, या तो कोई कैटेगरी बना रहा है या कोई ना कोई बनवा रहा है। कहता जी फिर मैं किवें करा, मैं क्या भी तुसीं इदां करो भी किसी ने किसी ने पुछो भी पटवारी कौन है इत्थे। तो उन्होंने जो पूछा भी पटवारी का नाम की है, बोलिया भी ये नाम है दा, ठीक है। तो दोस्तों बहुत अच्छा लग्या मैनू सुन के, क्योंकि वो मेरा स्टूडेंट सी, मैं उन्होंने कहा भी तुसीं इदां कह दो भी असीं फलाने टीचर तो तुसीं तैयारी की सी एंड आई एम हिज ब्रदर, ठीक है। तो सो दैट उन्होंने सेम गल कही। तो अच्छा ये होया कि उन्होंने अपनी चेयर तो खड़े होके बहुत अच्छे नाल इज्जत और मान सत्कार किया। दोस्तों सिर्फ तुहाडे तो इन्नी चीज़ चाहिए है, होर कुछ नहीं है, ठीक है। बाकी होर कुछ नहीं है कि तुसीं साडी दिन रात प्रशंसा करो, नथिंग। देखो बस तुसीं जिथे भी हो अपनी ईमानदारी नाल हर काम नूं करो, तो बहुत अच्छी गल है। चलिए इस क्वेश्चन का सही आंसर की है, ठीक है। कंजरवेशन टिलेज इज ऑल्सो नोन एज, इसनों आपां की कहने हैं दोस्तों, दा करेक्ट आंसर होएगा ऑप्शन नंबर डी है, ऑल द अबव बिल्कुल राइट आंसर है। मतलब की है कि स्टैप्ड मल्च टिल्ज हो जाएगा, इको फॉलो भी हो जाएगा एंड रिड्यूस टिलेज भी हो जाएगा, जिहड़ी जुताई होंदी है उस प्रकार दी है। नैक्सट अपने को सब सोलर वॉक्स अप टू डेप्थ ऑफ, तो सब सोलर वॉक ने वो अप टू डेप्थ ऑफ मतलब कितनी गहराई तक है, तो सही आंसर होएगा लगभग 35 सेंटीमीटर, लगभग 35 सेंटीमीटर सही आंसर है।
ਜਨਰਲੀ ਰੂਟਸ ਆਕਿਊਪਾਈ, ਜਿਹੜੀ ਰੂਟ ਆਕਿਊਪਾਈ ਨੇ ਉਹ ਕਿੰਨੇ ਹਿੱਸਾ ਨੇ ਆਫ ਦਾ ਸੋਇਲ ਮਾਸ, ਤੇ ਇਹਦਾ ਸਹੀ ਆਨਸਰ ਕੀ ਹੋਏਗਾ 1/10, 1/10 ਪਾਰਟ ਹੈ। ਠੀਕ ਹੈ, ਬਿਲਕੁਲ ਕਰੈਕਟ ਆਨਸਰ ਹੋਏਗਾ 1/10। ਜਨਰਲੀ ਰੂਟ ਆਕਿਊਪਾਈ 1/10 ਆਫ ਦਾ ਸੋਇਲ ਮਾਸ ਹੈ। ਸੀਰੀਜ਼ ਦਾ ਅੱਜ ਦੇ ਸੈਸ਼ਨ ਦਾ ਅੰਤਿਮ ਕੁਐਸਚਨ ਹੈ, ਗੁੱਡ ਸਟਰਕਚਰ ਫॉर द क्रॉप प्रोडक्शन इज, गुड स्ट्रक्चर फॉर द क्रॉप प्रोडक्शन इज, ਤਾਂ ਉਸ ਨੂੰ ਆਪਾਂ ਕ੍ਰੀਮਬਲੀ ਜਾਂ ਆਪਾਂ ਗ੍ਰੈਨੂਲਰ ਐਂਡ ਬਲੌਕੀ ਜਾਂ ਆਪਾਂ ਕੀ ਕਹਿ ਸਕਦੇ ਹਾਂ, ਤੇ ਇਹਦਾ ਜੋ ਸਹੀ ਨਾਮ ਹੁੰਦਾ ਉਹ ਹੁੰਦਾ ਬਲੌਕੀ, ਬਿਲਕੁਲ ਕਰੈਕਟ ਆਨਸਰ ਹੋਏਗਾ, ਰਾਈਟ ਹੈ। ਠੀਕ ਹੈ, ਇਹਨਾਂ ਨੂੰ ਐਜ ਇਟ ਇਜ਼ ਹੀ ਤੁਸੀਂ ਯਾਦ ਰੱਖੋ, ਜ਼ਿਆਦਾ ਆਪਾਂ ਵਿਸਤਾਰ ਤੇ ਡਿਸਕਸ ਨਹੀਂ ਕਰਾਂਗੇ, ਉਹ ਤਦ ਕਰਾਂਗੇ ਕਿ ਅਸੀਂ ਤੁਹਾਨੂੰ ਇੱਕ ਅਲੱਗ ਤੋਂ ਸੈਸ਼ਨਸ ਕਰਾਵਾਂਗੇ ਇਹਨਾਂ ਦੇ, ਤਦ ਆਪਾਂ ਡਿਸਕਸ ਕਰਾਂਗੇ ਪ੍ਰੋਪਰਲੀ ਮੈਪ ਦੇ ਨਾਲ, ਤਦ ਆਪਾਂ ਵੀ ਵਿਲ ਗੋਟ ਇਟ ਵੈਰੀ ਵੈਲ। ਠੀਕ ਹੈ, ਐਂਡ ਥੈਂਕ ਯੂ ਸੋ ਮਚ, ਤੁਸੀਂ ਆਪਣਾ ਬੇਸ਼ਕੀਮਤੀ ਸਮਾਂ ਦਿੱਤਾ। ਬਲਕਿ ਇਹ 15 ਕੁਐਸਚਨ ਨੇਗੇ ਤਕਰੀਬਨ, ਹਰ ਮੈਂ ਚੈਪਟਰ ਦੇ ਤਕਰੀਬਨ ਤੁਹਾਨੂੰ 100 ਕੁਐਸਚਨ ਰਿਪੀਟ ਕਰਾਵਾਂਗਾ। ਮਿਲਦੇ ਆ ਫਿਰ ਇਸੇ ਦੇ ਪਾਰਟ ਨੰਬਰ ਨੈਕਸਟ, ਤਦ ਤੱਕ ਖਿਆਲ ਰੱਖੋ, ਟੇਕ ਕੇਅਰ, ਬਾਏ ਬਾਏ।